हाँ जी, जी आਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਸੋਸ਼ਲ ਸਾਇੰਸ ਦੀ ਗੱਲ ਕਰੀਏ ਜੇ ਆਪਾਂ, ਤਾਂ ਸਾਰੇ ਹੀ ਉਹ ਜਿਹੜੇ ਯੋਗ ਉਮੀਦਵਾਰ ਨੇ, ਉਹਨਾਂ ਦੇ ਲਈ ਹੁਣ ਕੁਝ ਕੁ ਜਿੰਨੇ ਵੀ ਸਮਾਂ ਬਚਿਆ ਉਨੇ ਦਿਨ ਆਪਾਂ ਵੀਡੀਓ ਲੈ ਕੇ ਆਵਾਂਗੇ ਅਤੇ ਤੁਸੀਂ ਦੱਸਣੀ ਆ ਕਿ ਕਿਹੜੀ ਕਿਹੜੀ ਤੁਹਾਨੂੰ ਵੀਡੀਓ ਚਾਹੀਦੀਆਂ ਨੇ। ਪਰ ਜਿਹੜੀ ਇਹਦੀ ਆਪਾਂ ਸ਼ੁਰੂਆਤ ਕਹਿ ਸਕਦੇ ਹਾਂ, ਉਹ ਇੱਥੋਂ ਹੀ ਕਰਨੀ ਬਣਦੀ ਸੀ ਅਤੇ ਮੇਰੇ ਲਈ ਇਹ ਜ਼ਰੂਰੀ ਸੀਗਾ ਕਿ ਮੈਂ ਇੱਥੋਂ ਕਰਾਂ ਸ਼ੁਰੂਆਤ। ਫਿਰ ਤੋਂ ਦੁਬਾਰਾ ਤੋਂ ਅੱਜ ਗੱਲ ਕਰਾਂਗੇ। ਇਹ ਇੱਕ ਅਜਿਹਾ ਇੱਕ ਨਾਮ ਆ ਜਿਹੜਾ ਸਾਡੇ ਬੱਚਿਆਂ ਨੂੰ, ਸਾਡੇ ਸਾਰੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਕਰਾਂਗੇ ਅਤੇ ਤਕਰੀਬਨ ਕੁਝ ਗੱਲਾਂ ਤੁਸੀਂ ਸਕਰੀਨ 'ਤੇ ਦੇਖੋਗੇ, ਕੁਝ ਇੱਧਰੋਂ ਬੋਲ ਕੇ ਦੱਸਾਂਗੇ ਆਪਾਂ। ਜਨਮ ਤਰੀਕ ਤਕਰੀਬਨ ਸਭ ਨੂੰ ਪਤਾ, ਅਤੇ 13 ਨਵੰਬਰ 1780 ਅਤੇ 2 ਨਵੰਬਰ 1780, ਇਹ ਦੋ ਤਰੀਕਾਂ ਮਿਲਦੀਆਂ ਨੇ। ਹੁਣ ਸੁਣੀ ਜਾਇਓ ਨਾਲ ਦੀ ਨਾਲ ਧਿਆਨ ਨਾਲ। ਅਤੇ ਜਿਹੜੀ ਇਹ ਦੋਵੇਂ ਤਰੀਕਾਂ ਨੇ, ਵੱਖੋ ਵੱਖ ਵਿਦਵਾਨਾਂ ਦੀ ਰਾਏ ਹੈ ਇਹਦੇ ਵਿੱਚ, ਅਤੇ ਜ਼ਿਆਦਾ ਜਿਹੜੀ ਮਾਨਤਾ ਪ੍ਰਾਪਤ ਆ ਉਹ 13 ਨਵੰਬਰ 1780 ਨੂੰ। ਕਿਉਂ ਆ, ਕਿਹੜੇ ਕਿਹੜੇ ਵਿਦਵਾਨ ਨੇ ਉਹਨਾਂ ਬਾਰੇ ਜ਼ਰੂਰ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਵੇਂ ਗੰਡਾ ਸਿੰਘ ਆ, ਸਾਡੇ ਇਤਿਹਾਸਕਾਰ ਨੇ, ਠੀਕ ਹੈ ਜੀ। ਜਦੋਂ ਜਿਹੜੀ ਵਿਦਵਾਨ 13 ਨਵੰਬਰ ਨੂੰ ਮੰਨਦੇ ਆ, ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਵੀ ਹੈ। ਇਸ ਕਰਕੇ ਜ਼ਿਆਦਾਤਰ ਇਹੀ ਮੰਨੀ ਜਾਂਦੀ ਹੈ। ਪਰ 2 ਨਵੰਬਰ ਵਾਲੇ ਆ ਜਿਹੜੇ, ਉਹਨਾਂ ਦਾ ਨਾਮ ਵੀ ਯਾਦ ਰੱਖਿਓ। 3 ਨਾਮ ਨੇ ਉਹਦੇ ਵਿੱਚ, 3 ਕੁ ਨਾਮ ਨੇ, ਹਾਂਜੀ। ਉਹ ਸਾਰੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਅਤੇ ਜੇ ਫਿਰ ਵੀ ਤੁਹਾਨੂੰ ਲੱਗਦਾ ਕਿ ਉਹ ਜਾਣਕਾਰੀ ਤੁਹਾਡੇ ਕੋਲ ਨਹੀਂ ਪਹੁੰਚੀ ਹੋਈ, ਤਾਂ ਜ਼ਰੂਰ ਤੁਸੀਂ ਕਮੈਂਟ ਕਰ ਦਿਓ, ਆਪਾਂ ਉਹਦੀ ਵੱਖਰੀ ਵੀਡੀਓ ਬਣਾ ਦੇਵਾਂਗੇ। ਅਤੇ ਜਨਮ ਸਥਾਨ ਦੇ ਸੰਬੰਧੀ ਵੀ ਆਪਾਂ ਇੱਥੇ ਸਿਰਫ ਗੁਜਰਾਂਵਾਲਾ, ਇਹ ਤਾਂ ਤਕਰੀਬਨ ਸਭ ਦੇ ਯਾਦ ਹੀ ਹੋਵੇਗਾ, ਠੀਕ ਹੈ। ਫਿਰ ਜੇ ਅਸੀਂ ਪਿਤਾ ਦੀ ਗੱਲ ਕਰੀਏ ਤਾਂ ਮਹਾਂ ਸਿੰਘ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ, ਪਰ ਨਾਲ ਨਿੱਕੀਆਂ ਜਿਹੀਆਂ ਗੱਲਾਂ ਜਿਹੜੀਆਂ ਹੋਰ ਯਾਦ ਰੱਖਣ ਵਾਲੀਆਂ ਨੇ। ਇੱਕ ਤਾਂ ਉਹ ਮਿਸਲ, ਕਿਹੜੀ ਮਿਸਲ ਨਾਲ ਸੰਬੰਧ ਰੱਖਦੇ ਸੀ। ਮਾਂ ਦਾ ਨਾਮ ਰਾਜ ਕੌਰ, ਤਕਰੀਬਨ ਸਭ ਨੂੰ ਪਤਾ। ਜਿਵੇਂ ਬੱਚਿਆਂ ਨੂੰ ਯਾਦ ਕਰਾਉਣ ਵੇਲੇ ਇਹ ਗੱਲ ਕਹੀ ਦੀ ਆ, ਤਾਂ ਇੱਥੇ ਵੀ ਯਾਦ ਰੱਖਣਾ ਕਿ ਪਿਤਾ ਮਹਾਂ ਅਤੇ ਜਿਹੜੀ ਮਾਤਾ ਉਹ ਰਾਜ, ਅਤੇ ਫਿਰ ਬਾਅਦ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਬਣਿਆ। ਬਸ ਇਸੇ ਤਰੀਕੇ ਨਾਲ ਮਾਤਾ ਪਿਤਾ ਦਾ ਨਾਮ ਕਦੇ ਜ਼ਿੰਦਗੀ 'ਚ ਨਹੀਂ ਭੁੱਲੋਗੇ। ਜਿਹੜੇ ਹਜੇ ਨਵੇਂ ਜੁੜੇ, ਜਿਹੜੇ ਪਹਿਲਾਂ ਤੋਂ ਤਿਆਰੀ ਕਰ ਰਹੇ, ਤਕਰੀਬਨ ਉਹਨਾਂ ਨੇ ਤਾਂ ਯਾਦ ਹੀ ਨਹੀਂ ਕਰਨਾ। ਫਿਰ ਅਸੀਂ 1780 ਤੋਂ ਬਾਅਦ ਚੱਲਦੇ ਹਾਂ ਅਸੀਂ 1792 ਦੇ ਵਿੱਚ। ਪਰ ਜਿਹੜੇ ਵਿਚਕਾਰ ਸਮਾਂ ਗਾ ਉਹ ਵੀ ਯਾਦ ਰੱਖਣੀਆਂ ਨੇ। ਨਿੱਕੀਆਂ ਨਿੱਕੀਆਂ ਜਿਹੜੀ ਘਟਨਾਵਾਂ ਹੋਈਆਂ ਨੇ ਉਹ ਵੀ ਯਾਦ ਰੱਖਣੀਆਂ ਨੇ ਤੁਸੀਂ। ਪਰ ਇਹ ਜਿਹੜੇ ਮਹੱਤਵਪੂਰਨ ਤੱਥ ਨੇ, 1792 ਦੇ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਆ। ਪਿਤਾ ਦੀ ਮੌਤ ਹੋਣ ਦੇ ਨਾਲ ਨਾਲ ਫਿਰ ਜ਼ਿੰਮੇਵਾਰੀਆਂ ਨੇ ਜਿਹੜੀਆਂ, ਉਮਰ ਹਜੇ ਨਿੱਕੀ ਸੀ। ਅਤੇ ਫਿਰ ਜਿਹੜਾ 1792 ਤੋਂ ਲੈ ਕੇ 97 ਤੱਕ ਦਾ ਜਿਹੜਾ ਸਮਾਂ ਗਾ, ਤਕਰੀਬਨ ਪਤਾ ਹੋਵੇਗਾ ਕਿ ਤਿੱਕੜੀ ਦੀ ਸਰਪ੍ਰਸਤੀ ਦਾ ਇਹਨੂੰ ਕਾਲ ਕਿਹਾ ਗਿਆ। ਚਾਹੇ ਇਹ 10ਵੀਂ ਕਲਾਸ ਤੋਂ ਲੈ ਕੇ ਆਪਾਂ ਗੱਲ ਕਰੀਏ 11ਵੀਂ 12ਵੀਂ ਦੇ ਵਿੱਚ ਵੀ ਕੰਮ ਆਉਣ ਵਾਲੀਆਂ ਗੱਲਾਂ ਨੇ। ਸਾਰੇ ਵਿਦਿਆਰਥੀਆਂ ਲਈ ਸਾਂਝੀ ਵੀਡੀਓ ਆ ਇਹ, ਚਾਹੇ ਉਹ ਅਧਿਆਪਕ ਭਰਤੀ ਦੀ ਤਿਆਰੀ ਕਰ ਰਹੇ, ਸਾਰਿਆਂ ਲਈ। ਅਤੇ ਨੈੱਟ ਦੇ ਵਿੱਚ ਵੀ UGC ਨੈੱਟ 'ਚ ਕੰਮ ਆਉਣ ਵਾਲੀਆਂ ਵੀ ਗੱਲਾਂ ਨੇ। 1792 ਤੋਂ ਇਹ ਵਿਚਕਾਰ ਤਾਂ ਪਾ ਲਿਆ ਇਹ ਕਿਉਂਕਿ ਇਹ ਜ਼ਰੂਰੀ ਆ। 1792 ਤੋਂ ਬਾਅਦ ਫਿਰ 1796 ਦਾ ਸਮਾਂ ਆਉਂਦਾ ਸਾਡੇ ਕੋਲ, ਠੀਕ ਆ ਜੀ। ਜਿਹੜੇ ਤਰੀਕਾਂ ਮਿਲ ਰਹੀਆਂ ਨੇ ਉਹਦੇ ਵਿੱਚ ਜਿਹੜਾ ਵਿਆਹ ਗਾ ਉਹ ਮਹਿਤਾਬ ਕੌਰ ਨਾਲ। ਹੁਣ ਇਹ ਬਹੁਤ ਜ਼ਰੂਰੀ ਨੇ 2-3 ਗੱਲਾਂ ਇੱਥੇ। ਵਿਆਹ ਜਿਹੜਾ ਮਤਲਬ ਇਹਨਾਂ ਦੀ ਨਿੱਕੇ ਹੁੰਦਿਆਂ ਦੀ ਮੰਗਣੀ ਕਰ ਦਿੱਤੀ ਗਈ ਸੀਗੀ। 6 ਸਾਲ ਦੀ ਉਮਰ ਦੱਸੀ ਮਿਲਦੀ ਹੈ ਸਾਨੂੰ ਕਿ 6 ਸਾਲ ਦੀ ਉਮਰ 'ਚ ਜਿਹੜੀ ਮੰਗਣੀ ਹੋਈ ਸੀ, ਅਤੇ ਇੱਥੇ 16 ਸਾਲ ਦੀ ਉਮਰ 'ਚ ਵਿਆਹ ਹੁੰਦਾ ਗਾ। ਅਤੇ ਮਹਿਤਾਬ ਕੌਰ ਅਤੇ ਸੱਸ ਸਦਾ ਕੌਰ, ਇਹ ਬਹੁਤ ਹੀ ਜ਼ਰੂਰੀ ਆ ਯਾਦ ਰੱਖਣੀ ਗੱਲ। ਬਾਅਦ ਦੇ ਵਿੱਚ ਅੱਗੇ ਆ ਕੇ ਇਹਨੇ ਬਹੁਤ ਸਹਿਯੋਗ ਦਿੱਤਾ। ਫਿਰ ਸਹੁਰਾ ਵੀ ਯਾਦ ਰੱਖਣਾ, ਗੁਰਬਖਸ਼ ਸਿੰਘ। ਹੁਣ ਕਿਉਂ ਯਾਦ ਰੱਖਣਾ, ਕਿਉਂਕਿ ਗੁਰਬਖਸ਼ ਸਿੰਘ ਸੀ ਉਹ ਘਨੱਈਆ ਮਿਸਲ ਦੇ ਨਾਲ ਸੰਬੰਧਿਤ ਰੱਖਦੇ ਸੀਗੇ। ਅਤੇ ਇਹ ਗੱਲਾਂ ਨੂੰ ਤਿੰਨਾਂ ਚਾਰੇ ਨੂੰ ਦਿਮਾਗ ਦੇ ਵਿੱਚ ਜ਼ਰੂਰੀ ਯਾਦ ਰੱਖਣਾ। ਫਿਰ 1798 ਦੇ ਵਿੱਚ ਵੀ ਵਿਆਹ ਹੁੰਦਾ ਗਾ, ਠੀਕ ਹੈ ਜੀ। ਅਤੇ ਦੂਜਾ ਵਿਆਹ ਹੁੰਦਾ ਗਾ, ਉਹਨਾਂ ਦਾ ਜਿਹੜੀ ਦੂਜੀ ਪਤਨੀ ਸੀ ਉਹਨਾਂ ਦਾ ਨਾਮ ਰਾਜ ਕੌਰ ਸੀਗਾ। ਅਤੇ ਇਸ ਤਰੀਕੇ ਨਾਲ ਅੱਗੇ ਚੱਲਦੇ ਹਾਂ ਆਪਾਂ 1798 ਤੋਂ ਬਾਅਦ। ਫਿਰ 99 ਦੇ ਵਿੱਚ, 99 ਤੋਂ ਜਿਹੜਾ ਸਫ਼ਰ ਸ਼ੁਰੂ ਹੋਣਾ, ਇਹਨੂੰ ਧਿਆਨ ਨਾਲ ਸੁਣਿਓ। ਕੁਝ ਗੱਲਾਂ ਹੋਰ ਵੀ ਹੈਗੀਆਂ, ਜਿਵੇਂ ਹੁਣ 96 ਅਤੇ 98 ਦੀ ਗੱਲ ਕਰਦੇ ਹਾਂ ਵਿਆਹ। ਇਹ ਦੋ ਵਿਆਹਾਂ ਦਾ ਵੇਰਵਾ ਤਾਂ ਸਾਨੂੰ ਮਿਲਦਾ ਹੀ ਮਿਲਦਾ। ਇੱਕ ਇੱਥੇ ਤੁਸੀਂ ਜ਼ਰੂਰ ਦੱਸਣਾ, ਦੇਖਦੇ ਹਾਂ ਵੀ ਕਿੰਨੀ ਕੁ ਤਿਆਰੀ ਆ, ਕਿ ਕਿਹੜੇ ਵਿਦਵਾਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਮਤਲਬ 18 ਵਿਆਹਾਂ ਦਾ ਵੇਰਵਾ ਦਿੱਤਾ, ਕਿ 18 ਵਿਆਹ ਹੋਏ ਸੀਗੇ। ਅਤੇ ਉਹ ਜ਼ਰੂਰ ਤੁਸੀਂ ਦੱਸਿਓ। ਵੈਸੇ ਉਹ ਕੋਈ ਜ਼ਿਆਦਾ ਨਹੀਂ ਮਾਨਤਾ, ਉਹ ਵੈਸੇ ਇੱਕ ਵਿਦਵਾਨ ਦੀ ਕੋਈ ਆਪਣੀ ਕਹਿਣੀ ਆ ਕਰਨੀ, ਉਹ ਜੋ ਵੀ ਹੈ। ਅਤੇ ਹੁਣ ਚੱਲਦੇ ਹਾਂ ਆਪਾਂ 1799 ਦੇ ਵਿੱਚ। ਹੁਣ ਜਿਹੜੀਆਂ ਇਹ ਗੱਲਾਂ ਨੇ, ਇਹਨਾਂ ਦੇ ਨਾਲ ਸੁਣਨ ਵਾਲੀਆਂ ਗੱਲਾਂ ਬਹੁਤ ਜ਼ਰੂਰੀ ਨੇ, ਸਮਝਣ ਵਾਲੀਆਂ। ਲਾਹੌਰ ਦੀ ਜਿੱਤ ਹੈ, ਅਤੇ ਜਿਹੜੀ 1799 ਦੇ ਵਿੱਚ। ਹੁਣ ਇੱਥੇ ਜਿਹੜੀ ਲਾਹੌਰ ਦੀ ਜਿੱਤ ਦੇ ਵਿੱਚ ਇਹ ਵੀ ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਉਸ ਸਮੇਂ ਜਿਹੜੇ ਲਾਹੌਰ
ਦੇ 1799 ਦੇ ਵਿੱਚ ਜਿਹੜਾ ਲਾਹੌਰ ਦੀ ਜਿਹੜੀ ਜਿੱਤ ਲਈ ਆ, ਤਾਂ ਉਸ ਸਮੇਂ ਉੱਥੇ ਭੰਗੀ ਸਰਦਾਰ ਸੀਗੇ। ਨਾਮ ਯਾਦ ਰੱਖਣੇ ਪੈਣੇ ਤਿੰਨੇ ਹੀ, ਹੈ ਨਾ। ਸਾਹਿਬ ਸਿੰਘ, ਮੇਹਰ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ, ਇਹ ਤਿੰਨਾਂ ਦਾ ਜਿਹੜਾ ਉੱਥੇ ਸ਼ਾਸਨ ਸੀਗਾ। ਠੀਕ ਹੈ ਜੀ, ਇਹ ਗੱਲਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਗਾ। ਅਤੇ ਇਹਦੇ ਵਿੱਚ ਹੋਰ ਬਹੁਤ ਗੱਲਾਂ ਨੇ, ਪਰ ਤੁਸੀਂ ਯਾਦ ਰੱਖਣਾ ਕਿ 6 ਜੁਲਾਈ ਅਤੇ 7 ਜੁਲਾਈ 6 ਜੁਲਾਈ ਨੂੰ ਸਦਾ ਸੱਸ ਕੌਰ ਦੀ ਮਦਦ ਦੇ ਨਾਲ ਹਮਲਾ ਕੀਤਾ ਜਾਂਦਾ ਇੱਥੇ। ਠੀਕ ਹੈ ਜੀ, ਅਤੇ ਫਿਰ ਇੱਥੇ ਜਿਹੜੇ ਸਾਹਿਬ ਸਿੰਘ ਅਤੇ ਮੋਹਰ ਸਿੰਘ ਤਾਂ ਭੱਜ ਹੀ ਗਏ ਸੀਗੇ ਮੈਦਾਨ ਛੱਡ ਕੇ। ਚੇਤ ਸਿੰਘ ਨੇ ਥੋੜ੍ਹਾ ਜਿਹਾ ਮੁਕਾਬਲਾ ਕੀਤਾ ਸੀਗਾ, ਥੋੜ੍ਹਾ ਸਮਾਂ। ਫਿਰ 7 ਜੁਲਾਈ ਨੂੰ ਇੱਥੇ ਮਤਲਬ ਕਬਜ਼ਾ ਹੋ ਗਿਆ ਸੀਗਾ। ਇਹ ਗੱਲ ਨੂੰ ਯਾਦ ਰੱਖਣਾ, 2-3 ਤਰੀਕਾਂ ਨੇ ਇਹਦੇ ਵਿੱਚ। ਫਿਰ ਉਸ ਤੋਂ ਬਾਅਦ ਸਾਡੇ ਕੋਲ 1800 ਦੀ ਗੱਲ ਕਰੀਏ ਤਾਂ ਪਸੀਨ ਦੀ ਲੜਾਈ। ਪਸੀਨ ਦੀ ਲੜਾਈ ਦੇ ਵਿੱਚ ਵੀ ਤੁਸੀਂ ਯਾਦ ਰੱਖ ਲੈਣਾ ਕਿ ਇਹਦੇ ਵਿੱਚ ਜਿਹੜੀ ਗੱਲ ਕੋਈ ਜ਼ਿਆਦਾ, ਬਸ ਇੱਕ ਨਾਮ ਇਹ ਯਾਦ ਰੱਖਣਾ ਹੁੰਦੀ ਕਿ ਉੱਥੇ ਕੌਣ ਸੀ ਉਸ ਸਮੇਂ ਅਤੇ ਕੀ ਮੁਕਾਬਲਾ ਹੋਇਆ ਜਾਂ ਨਹੀਂ ਹੋਇਆ, ਹੈ ਨਾ। ਇਹ ਗੱਲਾਂ ਨੂੰ ਯਾਦ ਰੱਖਣਾ। ਅਤੇ ਕਿਉਂਕਿ ਪਹਿਲੀ ਜਿਹੜੀ ਜਿੱਤ ਸੀਗੀ ਲਾਹੌਰ, ਉਹਦੇ ਕਾਰਨ ਬਹੁਤ ਸਾਰੇ ਸਰਦਾਰ ਸੀ ਉਹ ਵਿਰੁੱਧ ਹੋ ਗਏ ਸੀ ਮਹਾਰਾਜਾ ਰਣਜੀਤ ਸਿੰਘ ਦੇ। ਅਤੇ ਇੱਥੇ ਹੁਣ ਅੰਮ੍ਰਿਤਸਰ ਦਾ ਜਿਹੜਾ ਗੁਲਾਬ ਸਿੰਘ ਭੰਗੀ ਸੀਗਾ ਅਤੇ ਕਸੂਰ ਦਾ ਨਿਜ਼ਾਮੁਦੀਨ ਮਹਾਰਾਜੇ ਦੇ ਵਿਰੁੱਧ ਉਹਨਾਂ ਨੇ ਗੱਠਜੋੜ ਤਿਆਰ ਕਰ ਲਿਆ ਸੀਗਾ। ਮਤਲਬ ਰਲ ਕੇ ਉਹਨਾਂ ਨੇ ਸੋਚਿਆ ਸੀ, ਮਤਲਬ ਪਲੈਨਿੰਗ ਕੀਤੀ ਸੀ ਜਿਹੜੀ, ਜੋ ਵੀ ਉਹਨਾਂ ਨੇ। ਅਤੇ ਉਹ ਫਿਰ ਇਹ ਪਸੀਨਾ ਦੇ ਪਿੰਡ ਵਿੱਚ ਪਹੁੰਚੇ ਆਪਣੀਆਂ ਫੌਜਾਂ ਲੈ ਕੇ, ਅਤੇ ਇੱਥੇ ਮੁਕਾਬਲਾ ਹੋਇਆ ਥੋੜ੍ਹਾ ਜਿਹਾ। ਠੀਕ ਹੈ ਜੀ, ਲਗਭਗ ਮਤਲਬ 2 ਮਹੀਨੇ ਦਾ ਸਮਾਂ ਦੱਸਿਆ ਜਾਂਦਾ ਕਿ ਕਿਸੇ ਨੇ ਹਮਲਾ ਨਹੀਂ ਸੀ ਕੀਤਾ। ਅਤੇ ਜਿਹੜਾ ਫਿਰ ਗੁਲਾਬ ਸਿੰਘ ਭੰਗੀ ਸੀਗਾ ਉੱਧਰ ਦੂਜੇ ਤਰਫ ਤੋਂ, ਉਹ ਮਰ ਗਿਆ ਸੀਗਾ ਥੋੜ੍ਹਾ ਜਿਹਾ। ਉਹਦੇ ਕੁਝ ਕਾਰਨ ਸੀਗੇ, ਸ਼ਰਾਬ ਪੀਂਦਾ, ਉਹਦਾ ਦੱਸਿਆ ਗਿਆ ਕਿ ਉਹ ਸ਼ਰਾਬ ਪੀਂਦਾ ਸੀਗਾ। ਅਤੇ ਫਿਰ ਜਿਹੜੇ ਵਿਰੋਧੀ ਸੀ ਉਹਨਾਂ ਦਾ ਹੌਸਲਾ ਟੁੱਟ ਗਿਆ ਅਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਭਗਦੜ ਮੱਚ ਗਈ ਸੀਗੀ। ਅਤੇ ਫਿਰ ਇੱਥੇ ਵੀ ਜਿੱਤ ਇਸੇ ਤਰੀਕੇ ਨਾਲ ਸੌਖੇ ਤਰੀਕੇ ਨਾਲ ਪ੍ਰਾਪਤ ਹੋ ਗਈ ਸੀ, ਮਤਲਬ ਕੋਈ ਜ਼ਿਆਦਾ ਨੁਕਸਾਨ ਨਹੀਂ ਸੀ ਹੋਇਆ। 1801 ਅਕਾਲਗੜ੍ਹ ਦੀ ਜਿੱਤ। ਅਕਾਲਗੜ੍ਹ ਦੀ ਜਿੱਤ, ਜਿਹੜਾ ਅਕਾਲਗੜ੍ਹ ਦਾ ਦਲ ਸਿੰਘ ਸੀਗਾ, ਹਾਂਜੀ, ਦਲ ਸਿੰਘ ਗੁਜਰਾਤ ਦੀ ਸਾਹਿਬ ਸਿੰਘ ਭੰਗੀ ਨਾਲ ਰਲ ਕੇ, ਇੱਥੇ ਵੀ ਦੋਨਾਂ ਨੂੰ ਯਾਦ ਰੱਖਣਾ ਪੈਣਾ। ਅਕਾਲਗੜ੍ਹ ਦਾ ਦਲ ਸਿੰਘ ਗੁਜਰਾਤ ਦੇ ਸਾਹਿਬ ਸਿੰਘ ਭੰਗੀ ਨਾਲ ਰਲ ਕੇ ਰਣਜੀਤ ਸਿੰਘ ਦੇ ਵਿਰੁੱਧ ਸਾਜ਼ਿਸ਼ਾਂ ਕਰ ਰਿਹਾ ਸੀ, ਮਤਲਬ ਦੋਵਾਂ ਨੇ ਰਲ ਕੇ ਉਹਨਾਂ ਨੇ ਕੀਤਾ। ਅਤੇ ਇਹ ਖਬਰ ਜਦੋਂ ਰਣਜੀਤ ਸਿੰਘ ਤੱਕ ਪਹੁੰਚੀ ਤਾਂ ਉਹਨਾਂ ਨੇ ਅਕਾਲਗੜ੍ਹ ਵੱਲ ਕੂਚ ਕੀਤਾ ਅਤੇ ਦਲ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਉੱਥੇ। ਅਤੇ ਫਿਰ ਕੁਝ ਸਮੇਂ ਬਾਅਦ ਰਿਹਾ ਵੀ ਕਰ ਦਿੱਤਾ ਗਿਆ ਸੀ, ਪਰ ਉਹ ਬਾਬਾ ਕੇਸਰ ਸਿੰਘ ਦਾ ਨਾਮ ਯਾਦ ਰੱਖਿਓ, ਬਾਬਾ ਕੇਸਰ ਸਿੰਘ ਦੇ ਕਹਿਣ 'ਤੇ ਰਿਹਾ ਕਰ ਦਿੱਤਾ ਗਿਆ ਸੀਗਾ। ਅਤੇ ਫਿਰ ਅਕਾਲਗੜ੍ਹ ਦੇ ਪੁੱਜਦਿਆਂ ਹੀ ਦਲ ਸਿੰਘ ਦੀ ਮੌਤ ਹੋ ਗਈ ਸੀਗੀ। ਅਤੇ ਉੱਥੇ ਵੀ ਫਿਰ ਥੋੜ੍ਹੇ ਸਮੇਂ ਦੇ ਵਿੱਚ ਹੀ ਕਬਜ਼ਾ ਕਰ ਲਿਆ ਗਿਆ ਸੀ ਅਕਾਲਗੜ੍ਹ 'ਤੇ। ਹੁਣ ਉਸ ਤੋਂ ਜਿਹੜੀ ਅਗਲੀ ਗੱਲ ਹੈ 1805, ਬਹੁਤ ਜ਼ਰੂਰੀ ਆ, ਅੰਮ੍ਰਿਤਸਰ ਦੀ ਜਿੱਤ। ਕਿਉਂਕਿ ਇਹ ਤਾਂ ਹੈ ਹੀ ਹੈ ਅੰਮ੍ਰਿਤਸਰ ਦੀ ਜਿੱਤ ਆ ਜਿਹੜੀ। ਇਹਦੇ ਵਿੱਚ ਕਿਉਂਕਿ ਧਾਰਮਿਕ ਪੱਖ ਤੋਂ ਅੰਮ੍ਰਿਤਸਰ ਸ਼ਹਿਰ ਦਾ ਸਿੱਖਾਂ ਲਈ ਮਹੱਤਵ ਮੁੱਢ ਤੋਂ ਹੀ ਰਿਹਾ ਗਾ, ਅਤੇ ਸਿੱਖਾਂ ਲਈ ਇਹਨੂੰ ਮੱਕਾ ਵੀ ਕਿਹਾ ਜਾਂਦਾ। ਇਹ ਗੱਲਾਂ ਨੂੰ ਵੀ ਧਿਆਨ 'ਚ ਰੱਖਣਾ। ਇੱਕ ਵਪਾਰਕ ਕੇਂਦਰ ਵੀ ਸੀ ਇਹ ਗੱਲ ਨੂੰ ਵੀ ਧਿਆਨ 'ਚ ਰੱਖਣਾ। ਪੰਜਾਬ ਦਾ ਮਹਾਰਾਜਾ ਬਣਨ ਦੇ ਲਈ ਜ਼ਰੂਰੀ ਸੀਗਾ ਕਿ ਅੰਮ੍ਰਿਤਸਰ ਦੇ ਅਧੀਨ ਹੋਣਾ ਚਾਹੀਦਾ ਸੀਗਾ। ਮਹਾਰਾਜਾ ਰਣਜੀਤ ਸਿੰਘ ਨੇ ਜੇ ਮਹਾਰਾਜਾ ਬਣਨਾ ਸੀਗਾ। ਅਤੇ 1805 ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਜਿਹੜੀ ਵਿਧਵਾ ਮਾਈ ਸੁੱਖਾਂ ਨੂੰ ਯਾਦ ਰੱਖਣਾ ਜ਼ਰੂਰੀ ਆ। ਇਹ ਬਹੁਤ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਬਣ ਸਕਦਾ। ਮਾਈ ਸੁੱਖਾਂ ਨੂੰ ਜੋ ਅੰਮ੍ਰਿਤਸਰ ਵਿੱਚ ਆਪਣੇ ਨਾਬਾਲਗ ਪੁੱਤ ਗੁਰਦਿੱਤ ਸਿੰਘ ਦੇ ਨਾਂ 'ਤੇ ਸ਼ਾਸਨ ਕਰ ਰਹੀ ਸੀ, ਕਿਉਂਕਿ ਪੁੱਤ ਦਾ ਨਾਬਾਲਗ ਸੀ ਅਤੇ ਮਾਈ ਸੁੱਖਾਂ ਦਾ ਰਾਜ ਸਾਂਭਿਆ ਹੋਇਆ ਸੀਗਾ। ਅਤੇ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਹਵਾਲੇ ਕਰਨ ਲਈ ਕਿਹਾ। ਇਹ ਦੋ ਗੱਲਾਂ ਨੂੰ ਬਹੁਤ ਧਿਆਨ 'ਚ ਰੱਖਣਾ ਕਿ ਜਮਜਮਾ ਤੋਪ ਅਤੇ ਲੋਹਗੜ੍ਹ ਦਾ ਕਿਲ੍ਹਾ ਇਹ ਮੰਗ ਰੱਖੀ ਗਈ ਸੀ ਮਹਾਰਾਜਾ ਵੱਲੋਂ। ਮਾਈ ਸੁੱਖਾਂ ਨੇ ਮਹਾਰਾਜੇ ਦੀਆਂ ਮੰਗਾਂ ਸਵੀਕਾਰ ਨਾ ਕੀਤੀਆਂ। ਮਹਾਰਾਜਾ ਰਣਜੀਤ ਸਿੰਘ ਨੇ ਤੁਰੰਤ ਫਿਰ ਅੰਮ੍ਰਿਤਸਰ ਉੱਤੇ ਹਮਲਾ ਕੀਤਾ ਅਤੇ ਮਾਈ ਸੁੱਖਾਂ ਨੇ ਥੋੜ੍ਹੇ ਜਿਹੇ ਵਿਰੋਧ ਦੇ ਬਾਅਦ ਉਹਨਾਂ ਨੇ ਆਪਣੀ ਹਾਰ ਮੰਨ ਲਈ ਅਤੇ ਇਸ ਤਰ੍ਹਾਂ ਅੰਮ੍ਰਿਤਸਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਹੋ ਗਿਆ। ਅਤੇ ਫਿਰ ਹੁਣ ਇੱਥੇ ਗੱਲ ਇਹ ਵੀ ਬਣ ਜਾਂਦੀ ਹੈ, ਸਵਾਲ ਬਣ ਜਾਂਦੇ ਨੇ ਕਿ ਜਮਜਮਾ ਤੋਪ ਕਿੱਥੋਂ ਪ੍ਰਾਪਤ ਹੋਈ ਸੀ। ਉਹ ਅੰਮ੍ਰਿਤਸਰ ਦੀ ਜਿੱਤ ਦੇ ਨਾਲ ਮਿਲੀ ਆ। ਕਦੋਂ? ਅਤੇ ਫਿਰ ਇਹ ਤੁਹਾਡੇ ਸਾਲ ਯਾਦ ਹੋਣਾ ਚਾਹੀਦਾ, 1805। ਅਤੇ ਕਿੱਥੋਂ ਲਈ ਗਈ ਸੀ ਜਾਂ ਕਿਹਦੇ ਤੋਂ ਪ੍ਰਾਪਤ ਕੀਤੀ ਸੀ? ਮਾਈ ਸੁੱਖਾਂ ਤੋਂ। ਅਤੇ ਇੱਕ ਗੱਲ ਹੋਰ ਆ ਕਿ ਜਿਹੜੀ ਇਹ ਅੰਮ੍ਰਿਤਸਰ ਦੀ ਜਿੱਤ ਆ, ਅੰਮ੍ਰਿਤਸਰ ਦੀ ਜਿੱਤ ਨੇ ਮਹਾਰਾਜਾ ਦੇ ਨਾਂ ਨੂੰ 4 ਚੰਨ ਲਗਾ ਦਿੱਤੇ। ਇਹ ਜਿਹੜੀ ਸਟੇਟਮੈਂਟ ਆ, ਜਿਹੜੀ ਇਹ ਲਾਈਨ ਆ ਨਾ, ਇਹ ਜ਼ਰੂਰ ਧਿਆਨ 'ਚ ਰੱਖਣੀ ਆ
ਕਿਉਂਕਿ ਇਹ ਜਿਹੜੀਆਂ ਵਿਦਿਆਰਥੀ ਨੇ ਨਿੱਕੀਆਂ ਕਲਾਸਾਂ ਤੱਕ 12ਵੀਂ ਤੱਕ ਉਹਨਾਂ ਲਈ ਤਾਂ ਨਹੀਂ ਆਪਾਂ ਕਹਿ ਸਕਦੇ, ਵੈਸੇ ਯਾਦ ਰੱਖਣ ਤਾਂ ਚੰਗੀ ਗੱਲ ਹੈ, ਪਰ ਇਮਤਿਹਾਨ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ ਉਹਨਾਂ ਦੇ ਵਿੱਚ ਇਹ ਸਵਾਲ ਬਣ ਸਕਦਾ, ਜਿਵੇਂ ਕਿ ਮਾਸਟਰ ਕੈਡਰ ਵਾਲੇ ਵੀ ਆ, ਜ਼ਰੂਰ ਧਿਆਨ ਰੱਖਿਓ। ਇਹ ਖੁਸ਼ਵੰਤ ਸਿੰਘ ਨੇ ਕਹੀ ਸੀ ਗੱਲ, ਇਹ ਖੁਸ਼ਵੰਤ ਸਿੰਘ ਨੇ ਗੱਲ ਕਹੀ ਸੀ ਅਤੇ ਇਹਨੂੰ ਯਾਦ ਵੀ ਰੱਖਣਾ। ਹੁਣ ਚੱਲਦੇ ਹਾਂ ਆਪਾਂ ਸਤਲੁਜ ਪਾਰ ਦੇ ਹਮਲੇ। ਸਤਲੁਜ 'ਤੇ ਹੁਣ ਇੱਥੇ ਹਮਲੇ ਹੋਏ ਸੀਗੇ 2 ਜਾਂ 3 ਹੋਏ ਸੀ, ਹਾਂਜੀ। ਇਹ ਸਾਰੇ ਹੀ ਧਿਆਨ 'ਚ ਰੱਖਣੇ ਨੇ, ਅਤੇ ਪਰ ਇਹ ਬਹੁਤ ਧਿਆਨ ਨਾਲ ਯਾਦ ਰੱਖਣ ਵਾਲੀਆਂ ਗੱਲਾਂ ਨੇ ਕਿ ਸਤਲੁਜ ਜਿਹੜੇ ਪਾਰ ਦੇ ਹਮਲੇ ਆ ਪਹਿਲਾਂ 1806 ਦੇ ਵਿੱਚ ਹੋਇਆ। ਬਸ ਇੱਥੇ ਗੱਲ ਜਿਹੜੀ ਯਾਦ ਰੱਖਣੀ ਉਹ ਤੁਸੀਂ ਇੱਕ ਤਾਂ ਯਾਦ ਰੱਖ ਲਿਓ ਕਿ ਕਿਹੜੇ ਕਿਹੜੇ ਅਧੀਨ ਕੀਤੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰੀ ਜਦੋਂ ਲੁਧਿਆਣਾ, ਜਗਰਾਓਂ, ਦਾਖਾ, ਜੰਡਿਆਲਾ ਅਤੇ ਤਲਵੰਡੀ, ਠੀਕ ਹੈ ਨਾ, 1806 ਦੇ ਵਿੱਚ। ਕਿੰਨੇ ਨੇ ਇਹ ਵੀ ਯਾਦ ਰੱਖ ਲੈਣਾ। 4 ਪ੍ਰਦੇਸ਼ਾਂ 'ਤੇ ਕਬਜ਼ਾ ਕੀਤਾ ਸੀਗਾ। ਫਿਰ 1807 ਦੇ ਵਿੱਚ 1807 ਦੇ ਵਿੱਚ ਮੋਰਿੰਡਾ, ਸਰਹਿੰਦ, ਈਰਾ, ਕੋਟਕਪੂਰਾ ਅਤੇ ਧਰਮਕੋਟ, ਇਹ ਵੀ ਯਾਦ ਰੱਖਣਾ, ਠੀਕ ਹੈ ਜੀ। 1807 ਦੇ ਨਾਲ 1807 ਦੇ ਵਿੱਚ ਹੋਰ ਗੱਲਾਂ ਵੀ ਯਾਦ ਰੱਖ ਲਓ, ਕਿਉਂਕਿ ਇੱਕ ਜਦੋਂ ਸਾਲ ਦਿਮਾਗ 'ਚ ਰਹਿੰਦਾ ਤਾਂ ਕਈ ਗੱਲਾਂ ਜਿਹੜੇ ਸਤਲੁਜ ਦੇ ਪਾਰ ਹਮਲੇ ਹੋਏ ਆ। ਦੂਜਾ ਹਮਲਾ ਸੀ 1807 ਵਾਲਾ, ਮੋਰਿੰਡਾ, ਸਰਹਿੰਦ, ਈਰਾ, ਕੋਟਕਪੂਰਾ ਅਤੇ ਧਰਮਕੋਟ। ਅਤੇ ਨਾਲ ਦੀ ਨਾਲ 1807 ਦੇ ਵਿੱਚ ਡੱਲੇ ਵਾਲੀਆਂ ਮਿਸਲ ਨੂੰ ਵੀ ਜਿੱਤਿਆ ਸੀਗਾ, ਉਹ ਵੀ ਧਿਆਨ 'ਚ ਰੱਖਣਾ। ਕਸੂਰ ਅਤੇ ਝੰਗ ਦੀ ਜਿੱਤ ਨੂੰ ਵੀ ਯਾਦ ਰੱਖਣਾ। ਕਸੂਰ ਅਤੇ ਝੰਗ ਦੀ ਜਿੱਤ, ਇਹਨਾਂ ਨੂੰ ਵੀ ਯਾਦ ਰੱਖਣਾ ਦਿਮਾਗ ਦੇ ਵਿੱਚ। 1807 ਦੇ ਨਾਲ ਜੁੜੀਆਂ ਹੋਈਆਂ ਇਹ ਸਾਰੀਆਂ ਘਟਨਾਵਾਂ ਨੇ, ਕਿਉਂਕਿ ਆਪਣੇ ਕੋਲ ਇਹ ਜਗ੍ਹਾ ਜਿਹੜੀਆਂ ਦੱਸੀਆਂ ਨੇ ਤੁਹਾਨੂੰ, ਮੋਰਿੰਡੇ ਵਾਲੀਆਂ, ਧਰਮਕੋਟ ਤੱਕ, ਇਹ ਵੀ ਡੱਲੇ ਵਾਲੀਆਂ ਮਿਸਲ ਨੂੰ ਜਿੱਤਣਾ, ਕਸੂਰ ਅਤੇ ਝੰਗ ਦੀ ਜਿੱਤ। ਹੁਣ ਚੱਲਦੇ ਹਾਂ ਆਪਾਂ ਅੱਗੇ, ਜਿਹੜਾ 1808 ਦੇ ਵਿੱਚ ਸਤਲੁਜ ਪਾਰ ਦੇ ਹਮਲਾ ਜਿਹੜਾ ਇਹ ਤੀਜਾ ਹਮਲਾ ਸੀਗਾ। ਹਮਲਾ ਨਹੀਂ ਕਹਾਂਗੇ, ਮਤਲਬ ਹਾਂ ਉਹ ਜਿਹੜੇ ਇਲਾਕੇ ਸੀ ਉੱਧਰ ਹਮਲਾ ਹੀ ਕੀਤਾ ਗਿਆ। 1808 ਦੇ ਵਿੱਚ ਫਰੀਦਕੋਟ, ਅੰਬਾਲਾ, ਸ਼ਾਹਬਾਦ ਨੂੰ ਆਪਣੇ ਅਧੀਨ ਕਰ ਲਿਆ ਗਿਆ ਮਹਾਰਾਜਾ ਰਣਜੀਤ ਸਿੰਘ ਵੱਲੋਂ। ਪਰ ਹੁਣ 1808 ਦੇ ਨਾਲ ਇੱਥੇ ਗੱਲ ਹੋਰ ਵੀ ਯਾਦ ਰੱਖਣੀ ਆ ਕਿ ਸਿਆਲਕੋਟ ਦੀ ਜਿੱਤ ਵੀ ਯਾਦ ਰੱਖਿਓ। 1808 ਦੇ ਵਿੱਚ ਸਿਆਲਕੋਟ ਦੀ ਜਿੱਤ ਨੂੰ ਵੀ ਯਾਦ ਰੱਖਣਾ, ਕਿਉਂਕਿ ਇੱਕ ਟਾਈਮ ਲਾਈਨ ਲੈ ਕੇ ਆ ਰਹੇ ਹਾਂ ਆਪਾਂ ਸ਼ੁਰੂ ਤੋਂ ਲੈ ਕੇ 13 ਨਵੰਬਰ 1780 ਤੋਂ ਲੈ ਕੇ। ਇਹਨੂੰ ਇਸੇ ਤਰੀਕੇ ਨਾਲ ਇੱਕ ਲੜੀ ਦੇ ਵਿੱਚ ਯਾਦ ਰੱਖੋਗੇ ਤਾਂ ਕਦੇ ਭੁੱਲੋਗੇ ਨਹੀਂ। ਹੁਣ ਚੱਲਦੇ ਆਪਾਂ 1809 ਦੇ ਵਿੱਚ। 1809 ਦੇ ਵਿੱਚ ਕਾਂਗੜਾ, ਜੰਮੂ, ਗੁਜਰਾਤ, ਇਹ 3 ਇਲਾਕੇ ਆ ਜਿਹੜੀਆਂ 3 ਜਿੱਤਾਂ ਨੇ। ਇਹਨਾਂ ਦੇ ਵਿੱਚ ਅਲੱਗ-ਅਲੱਗ ਵੇਰਵਾ ਜ਼ਰੂਰ ਆ, ਜਿਹੜੇ ਵੀ ਇਹਦੇ ਵਿੱਚ ਖਾਸ ਗੱਲਾਂ ਨੇ, ਤੱਥ ਨੇ, ਉਹ ਜ਼ਰੂਰ ਧਿਆਨ 'ਚ ਰੱਖਿਓ, ਕਿਉਂਕਿ ਕਾਂਗੜਾ, ਜੰਮੂ ਅਤੇ ਗੁਜਰਾਤ ਦੀ ਜਿੱਤ ਇਹ ਕੋਈ ਆਮ ਜਿੱਤਾਂ ਨਹੀਂ ਸੀਗੀਆਂ, ਕਾਫੀ ਹੈ, ਇਹਦਾ ਜ਼ਰੂਰੀ ਹੈ ਇਹ ਗੱਲਾਂ ਨੂੰ ਵੀ ਧਿਆਨ 'ਚ ਰੱਖਣਾ। ਅਤੇ ਇਹਦੇ ਵਿੱਚ ਜ਼ਰੂਰ ਤੁਸੀਂ ਡੂੰਘਾਈ ਦੇ ਵਿੱਚ ਜਾ ਕੇ ਆਪਣੇ ਤਰੀਕੇ ਨਾਲ, ਢੰਗ ਨਾਲ ਪੜ੍ਹ ਲੈਣਾ। ਅਤੇ ਉਸ ਤੋਂ ਬਾਅਦ ਹੈ ਸਾਡੇ ਕੋਲ ਕੁਝ ਹੋਰ ਜਿੱਤਾਂ ਵੀ ਸੀਗੀਆਂ ਜਿਹੜੀਆਂ 9 ਤੋਂ ਬਾਅਦ ਆਪਣੇ ਕੋਲ 9 ਦੇ ਵਿੱਚ 11 ਦੇ ਵਿੱਚ ਵੀ ਸੀਗੇ, ਕੁਝ ਜਗ੍ਹਾ ਸੀਗੀਆਂ ਜਿੱਥੇ ਗਏ ਸੀਗੇ, ਜਿਵੇਂ 11 ਦੇ ਵਿੱਚ ਕਾਹਨ ਸਿੰਘ ਨਕਈ ਦੇ ਕੋਲੋਂ ਪਾਕਪਟਨ ਅਤੇ ਦਿਪਾਲਪੁਰ ਦੇ ਇਲਾਕੇ 'ਤੇ ਕਬਜ਼ਾ ਕੀਤਾ ਸੀਗਾ। ਹੋਰ ਵੀ ਨੇ 1-2 ਇਲਾਕੇ, ਸਾਰਿਆਂ ਨੂੰ ਯਾਦ ਰੱਖਣਾ ਪੈਣਾ, ਧਿਆਨ 'ਚ ਰੱਖਿਓ, ਕੋਈ ਗੱਲ ਨਹੀਂ। ਅਤੇ ਪਰ ਆਪਾਂ 1813 ਵਾਲੀ ਗੱਲ ਜ਼ਰੂਰੀ ਕਰਨੀ ਇੱਥੇ। 1813 ਜਿਹੜੀ ਕਿ ਅਟਕ ਦੀ ਜਿੱਤ ਹੈ। ਅਟਕ ਅਤੇ ਸਿੱਖ ਇਤਿਹਾਸ ਦੇ ਵਿੱਚ ਇਹ ਤਾਂ ਬਹੁਤ ਵੱਡੀ ਗੱਲ ਹੈ, ਸਾਡੇ ਲਈ ਯਾਦ ਰੱਖਣੀ ਵੀ ਜ਼ਰੂਰੀ ਆ। ਅਟਕ ਦਾ ਕਿਲ੍ਹਾ ਜਿਵੇਂ ਕਿ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਰਿਹਾ, ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਥੇ ਜਿਹੜਾ ਅਫਗਾਨ ਗਵਰਨਰ ਸੀਗਾ ਜਹਾਂਗੀਰ ਖਾਂ, ਉਹਦਾ ਰਾਜ ਸੀਗਾ, ਸ਼ਾਸਨ ਕਰਦਾ ਸੀ ਉਸ ਸਮੇਂ ਉਹ। ਵੈਸੇ ਹੁਣ ਇੱਥੇ ਗੱਲ ਜਿਹੜੀ ਜ਼ਰੂਰੀ ਇਹ ਯਾਦ ਰੱਖਣੀ ਆ ਕਿ 1813 ਦੇ ਵਿੱਚ ਜਦੋਂ ਕਾਬਲ ਦੇ ਵਜ਼ੀਰ ਫਤਿਹ ਖਾਂ ਨੇ ਕਸ਼ਮੀਰ 'ਤੇ ਹਮਲਾ ਕਰਕੇ ਉਸਦੇ ਭਰਾ ਅੱਤਾ ਮੁਹੰਮਦ ਨੂੰ ਹਰਾ ਦਿੱਤਾ ਸੀ, ਤਾਂ ਉਹ ਘਬਰਾ ਗਿਆ ਸੀ, ਅਤੇ ਉਹਨੂੰ ਪੱਕਾ ਯਕੀਨ ਸੀ ਕਿ ਫਤਿਹ ਖਾਂ ਦਾ ਅਗਲਾ ਹਮਲਾ ਅਟਕ 'ਤੇ ਹੋਵੇਗਾ। ਇਸ ਲਈ ਉਹਨੇ 1 ਲੱਖ ਰੁਪਏ ਦੀ ਸਾਲਾਨਾ ਜਗੀਰ ਬਦਲੇ ਅਟਕ ਦਾ ਕਿਲ੍ਹਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ ਸੀ। ਇਹ ਗੱਲ ਨੂੰ ਧਿਆਨ 'ਚ ਰੱਖਣਾ, ਕਿਹਨੇ ਕਿਲ੍ਹਾ ਹਵਾਲੇ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ, ਇਹ ਵੀ ਯਾਦ ਰੱਖਣਾ। ਅਤੇ ਜਦੋਂ ਫਤਿਹ ਖਾਨ ਨੂੰ ਇਹਦੇ ਬਾਰੇ ਪਤਾ ਲੱਗਿਆ ਤਾਂ ਫਿਰ ਉਹਦੀ ਨਾਰਾਜ਼ਗੀ ਜਾਇਜ਼ ਸੀਗੀ, ਉਹਦੇ ਨਾਰਾਜ਼ ਹੋ ਗਿਆ, ਅਤੇ ਉਹਨੇ ਅਟਕ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨ ਲਈ ਆਪਣੀਆਂ ਫੌਜਾਂ ਸੀ ਜਿਹੜੀਆਂ ਉਹ ਅਟਕ ਵੱਲ ਭੇਜ ਦਿੱਤੀਆਂ। ਤਰੀਕ ਯਾਦ ਰੱਖਿਓ ਹੁਣ, 13 ਜੁਲਾਈ 1813। ਜਗ੍ਹਾ ਯਾਦ ਰੱਖਣੀ ਆ, ਹਜਰੋ ਜਾਂ ਹੈਦਰੋ, ਇਹ ਬਹੁਤ ਇੰਪੋਰਟੈਂਟ ਹੈ। ਹਜਰੋ ਜਾਂ ਹੈਦਰੋ ਦਾ ਸਥਾਨ ਤਕਰੀਬਨ ਪੜ੍ਹਿਆ ਹੋਣਾ ਜਾਂ ਪੜ੍ਹਾਇਆ ਹੋਣਾ।
ਇੱਥੇ ਇੱਕ ਘਮਸਾਣ ਦੀ ਲੜਾਈ ਹੋਈ। ਰਣਜੀਤ ਸਿੰਘ ਦੀਆਂ ਫੌਜਾਂ ਨੇ ਫਤਿਹ ਸਿੰਘ ਨੂੰ ਕਰਾਰੀ ਹਾਰ ਦਿੱਤੀ। ਹਾਂ, ਇੱਕ ਗੱਲ ਹੋਰ ਇਹ ਵੀ ਆ ਕਿ ਇਹ ਅਫਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ। ਇਹ ਜਿਹੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਧਿਆਨ 'ਚ ਰੱਖਣ ਵਾਲਾ। ਅਟਕ ਦੀ ਲੜਾਈ 1813 ਅਤੇ 13 ਜੁਲਾਈ 1813 ਦੀ ਗੱਲ ਹੈ। ਲੜਾਈ ਦਾ ਕਾਰਨ ਕੀ ਰਿਹਾ ਉਹ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ। ਅਤੇ ਅਫਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ। ਅਤੇ ਫਿਰ ਅਟਕ 'ਤੇ ਰਣਜੀਤ ਸਿੰਘ ਦਾ ਅਧਿਕਾਰ ਹੋ ਗਿਆ। ਅਤੇ ਉਸ ਤੋਂ ਅੱਗੇ ਚੱਲਦੇ ਆਪਾਂ ਫਿਰ 1818 ਦੇ ਵਿੱਚ, ਕਿਉਂਕਿ ਇੱਥੇ ਉਹੋ ਹੀ ਗੱਲਾਂ ਕਰ ਰਹੇ ਹਾਂ ਆਪਾਂ ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਮੁਲਤਾਨ ਦੀ ਜਿੱਤ। ਮੁਲਤਾਨ ਦੀ ਜਿੱਤ ਜਿਹੜੀ ਕਿ ਬਹੁਤ, ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇੱਕ ਬਹੁਤ ਵੱਡਾ ਉਹਨਾਂ ਦੀ ਪ੍ਰਾਪਤੀ ਆ। ਅਤੇ ਹੁਣ ਇਹਦੇ ਵਿੱਚ ਜਿਹੜੀਆਂ 2-4 ਗੱਲਾਂ ਤੁਸੀਂ ਯਾਦ ਰੱਖ ਲਿਓ। ਜਿਵੇਂ ਸਾਨੂੰ ਪਤਾ ਕਿ ਭੂਗੋਲਿਕ ਪੱਖ ਤੋਂ ਆਰਥਿਕ ਤੌਰ 'ਤੇ, ਭੂਗੋਲਿਕ ਪੱਖ ਅਤੇ ਜਿਹੜਾ ਆਰਥਿਕਤਾ ਦਾ ਪੱਖ ਉਹ ਤੋਂ ਮੁਲਤਾਨ ਦਾ ਜਿਹੜਾ ਬੜਾ ਮਹੱਤਵ ਸੀਗਾ। ਅਤੇ ਰਣਜੀਤ ਸਿੰਘ ਇਹਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀਗਾ। ਪਰ ਉਸ ਸਮੇਂ ਜਿਹੜਾ ਮੁਲਤਾਨ ਵਿੱਚ ਨਵਾਬ ਮੁਜ਼ੱਫਰ ਖਾਂ ਦਾ ਸ਼ਾਸਨ ਸੀ ਉਸ ਸਮੇਂ, ਇਹ ਵੀ ਯਾਦ ਰੱਖਣਾ। ਅਤੇ ਇਹ ਯਾਦ ਰੱਖਣਾ ਕਿ ਰਣਜੀਤ ਸਿੰਘ ਨੇ ਇੱਥੇ ਪਹਿਲਾਂ, ਅੱਜ 1818 ਦੀ ਗੱਲ ਕਰ ਰਹੇ ਹਾਂ ਆਪਾਂ, ਇਸ ਤੋਂ ਪਹਿਲਾਂ ਵੀ 1802 ਤੋਂ ਲੈ ਕੇ 1817 ਤੱਕ ਮੁਲਤਾਨ ਦੇ ਵਿਰੁੱਧ 6 ਮੁਹਿੰਮਾਂ ਪਹਿਲਾਂ ਭੇਜੀਆਂ ਸੀਗੀਆਂ ਵੱਖੋ ਵੱਖ ਸਮੇਂ ਦੇ ਵਿੱਚ। ਅਤੇ ਨਵਾਬ ਮੁਜ਼ੱਫਰ ਖਾਂ ਹਰ ਵਾਰੀ ਨਜ਼ਰਾਨਾ ਦੇ ਕੇ ਰਣਜੀਤ ਸਿੰਘ ਦੀ ਫੌਜ ਨੂੰ ਟਾਲ ਦਿੰਦਾ ਸੀਗਾ, ਕਿਉਂਕਿ ਉਹ ਵੀ ਕੁਝ ਨੀਤੀਆਂ ਕੁਝ ਹੁੰਦੀਆਂ ਨੇ ਅਲੱਗ ਅਲੱਗ ਰਾਜਿਆਂ ਦੀਆਂ। ਅਤੇ 1818 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਦਾ ਫੈਸਲਾ ਕਰ ਲਿਆ। ਮਤਲਬ ਸੋਚ ਕੇ ਆਏ ਸੀ ਕਿ ਜਿੱਤਣਾ ਹੀ ਜਿੱਤਣਾ। ਅਤੇ ਇੱਕ ਜਿਹੜੀ ਫੌਜ ਸੀ ਆਪਣੀ ਮਿਸਰ ਦੀਵਾਨ ਚੰਦ ਦੇ ਅਧੀਨ ਭੇਜੀ। ਯਾਦ ਰੱਖਿਓ, ਮਿਸਰ ਦੀਵਾਨ ਚੰਦ। ਅਤੇ ਘਸਮਾਣ ਦੇ ਯੁੱਧ ਵਗੈਰਾ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਮੁਲਤਾਨ 'ਤੇ ਕਬਜ਼ਾ ਕਰ ਲਿਆ। ਬਸ 2-3 ਗੱਲਾਂ ਯਾਦ ਰੱਖਣੀਆਂ ਕਿ 1806 ਤੋਂ 17 ਤੱਕ ਪਹਿਲਾਂ ਵੀ ਭੇਜੀਆਂ ਸੀ। ਕਿੰਨੀਆਂ? 6 ਮੁਹਿੰਮਾਂ। ਅਤੇ ਹੁਣ 1818 ਦੇ ਵਿੱਚ ਮਿਸਰ ਦੀਵਾਨ ਚੰਦ ਦੇ ਅਧੀਨ ਫੌਜ ਭੇਜੀ, ਉੱਥੇ ਯੁੱਧ ਹੋਇਆ ਅਤੇ ਫਿਰ ਉਸ ਤੋਂ ਬਾਅਦ ਕਬਜ਼ਾ ਹੋਇਆ। ਠੀਕ ਆ, ਉੱਥੇ ਉਹ ਜਿਹੜਾ ਨਵਾਬ ਮੁਜ਼ੱਫਰ ਖਾਂ ਸੀ ਉਹ ਆਪਣੇ ਪੁੱਤਰਾਂ ਸਮੇਤ ਉੱਥੇ ਲੜਦਾ ਮਾਰਿਆ ਵੀ ਗਿਆ। ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਮੁਲਤਾਨ ਦੀ ਜਿੱਤ ਦੀ ਖਬਰ ਮਿਲਣ ਤੋਂ ਬਾਅਦ, ਅਤੇ ਇੱਥੇ ਉਹਨਾਂ ਨੇ ਫਿਰ, ਕਿਉਂਕਿ ਉਹਨਾਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਸੀ, ਉਹਦੇ ਲਈ ਜਸ਼ਨ ਵੀ ਮਨਾਏ ਗਏ। ਅਤੇ ਮਿਸਰ ਦੀਵਾਨ ਚੰਦ ਨੂੰ, ਹੁਣ ਯਾਦ ਰੱਖਿਓ, ਮਿਸਰ ਦੀਵਾਨ ਚੰਦ ਨੂੰ ਭੇਜਿਆ ਸੀਗਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜ਼ਫਰ ਜੰਗ ਦਾ ਖਿਤਾਬ ਦਿੱਤਾ, ਜ਼ਫਰ ਜੰਗ। ਅਤੇ ਉਸ ਤੋਂ ਅੱਗੇ ਚੱਲਦੇ ਆਪਾਂ ਕਸ਼ਮੀਰ। 1819 ਕਸ਼ਮੀਰ ਦੀ ਜਿੱਤ। ਅਤੇ ਇਹਦੇ ਨਾਲ ਹੀ ਸਾਡੇ ਕੋਲ ਇਹ ਬਹੁਤ ਜ਼ਰੂਰੀ ਆ ਕਿ ਜਿਵੇਂ ਕਿ ਪਹਿਲਾਂ ਤੋਂ ਪ੍ਰਾਚੀਨ ਕਾਲ ਤੋਂ ਹੀ ਅਸੀਂ ਗੱਲ ਕਰਦੇ ਹਾਂ ਕਿ ਕਸ਼ਮੀਰ ਅਤੇ ਅੱਜ ਤੱਕ ਜੇ ਗੱਲ ਕਰੀਏ ਅਸੀਂ 2020 ਤੱਕ, ਅਤੇ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਗੱਲ ਕਰਾਂਗੇ ਆਪਾਂ। ਅਤੇ 200 ਸਾਲ ਪਹਿਲਾਂ ਦੀ ਗੱਲ ਆ ਤਕਰੀਬਨ। 1819 ਯਾਦ ਰੱਖਿਓ ਅਤੇ 2019 'ਚ ਆਪਾਂ ਨੂੰ ਪਤਾ ਕਸ਼ਮੀਰ ਦੇ ਮਸਲੇ ਦੀ ਗੱਲ ਆ। ਅਤੇ 200 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ ਆਪਾਂ। ਅਤੇ ਵਪਾਰਕ ਤੌਰ 'ਤੇ ਅਤੇ ਆਪਣੀ ਜਿਹੜੀ ਕੁਦਰਤੀ ਸੁੰਦਰਤਾ ਕਰਕੇ ਉਹ ਹਮੇਸ਼ਾ ਤੋਂ ਹੀ ਪ੍ਰਸਿੱਧ ਰਿਹਾ। ਮਹਾਰਾਜਾ ਰਣਜੀਤ ਸਿੰਘ ਲਈ ਮਹੱਤਵਪੂਰਨ ਸੀਗਾ ਕਿ ਉਹਨੂੰ ਅਧੀਨ ਕਰਨਾ ਚਾਹੁੰਦਾ ਸੀ। ਅਤੇ 1813 ਯਾਦ ਰੱਖਿਓ, 1813 ਅਤੇ 14 ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਣ ਦੀ ਕੋਸ਼ਿਸ਼ ਕੀਤੀ ਸੀ। ਮਤਲਬ ਕੁਝ ਮੁਹਿੰਮਾਂ ਭੇਜੀਆਂ ਸੀਗੀਆਂ। 1818 ਵਿੱਚ ਮੁਲਤਾਨ ਦੀ ਜਿੱਤ ਤੋਂ ਬਾਅਦ ਉਹ ਹੋਰ ਹੌਸਲਾ ਮਿਲਿਆ, ਕਿਉਂਕਿ ਮੁਲਤਾਨ ਦੀ ਜਿੱਤ ਬਹੁਤ ਵੱਡੀ ਜਿੱਤ ਸੀਗੀ। ਅਤੇ ਉਹਨਾਂ ਨੇ 1819 ਦੇ ਵਿੱਚ, ਹੁਣ ਯਾਦ ਰੱਖਣਾ, ਮੁਲਤਾਨ ਦੇ ਜੇਤੂ ਸੈਨਾਪਤੀ ਕੌਣ ਸੀਗਾ? ਮਿਸਰ ਦੀਵਾਨ ਚੰਦ। ਖਿਤਾਬ ਦਿੱਤਾ ਗਿਆ ਸੀ ਜਿਹਨੂੰ ਜ਼ਫਰ ਜੰਗ ਦਾ। ਉਹਦੀ ਅਗਵਾਈ ਦੇ ਹੇਠ ਇੱਕ ਵਿਸ਼ਾਲ ਫੌਜ ਕਸ਼ਮੀਰ ਜਿੱਤਣ ਲਈ ਭੇਜੀ। ਅਤੇ ਇਸ ਫੌਜ ਨੇ ਕਸ਼ਮੀਰ ਦੇ ਅਫਗਾਨ ਗਵਰਨਰ ਜ਼ਫਰ ਖਾਨ ਨੂੰ ਹਰਾ ਕੇ ਕਸ਼ਮੀਰ 'ਤੇ ਕਬਜ਼ਾ ਕਰ ਲਿਆ। ਅਤੇ ਇਹ ਜਿਹੜਾ ਕਬਜ਼ਾ ਕਰਨਾ, ਮਤਲਬ ਜਿੱਤ ਪ੍ਰਾਪਤ ਕਰਨੀ, ਇੱਕ ਬਹੁਤ ਵੱਡਾ ਸਨਮਾਨ, ਇੱਕ ਮਾਣ ਸਨਮਾਨ ਸੀਗਾ। ਅਤੇ ਹੁਣ ਇੱਥੇ ਗੱਲ ਯਾਦ ਰੱਖਿਓ ਕਿ ਕਸ਼ਮੀਰ ਦੀ ਜਿੱਤ ਵੇਲੇ ਮਿਸਰ ਦੀਵਾਨ ਚੰਦ ਨੂੰ ਫਤਿਹ-ਓ-ਨੁਸਰਤ ਨਸੀਬ ਦਾ ਖਿਤਾਬ ਦਿੱਤਾ ਗਿਆ। ਹੁਣ 2 ਖਿਤਾਬ ਨੇ, ਦੋਵਾਂ 'ਚ ਉਲਝਣ ਵਾਲਾ ਨਹੀਂ ਹੈਗਾ। ਜਿਹੜੇ ਕਸ਼ਮੀਰ ਦੀ ਜਿੱਤ ਸਮੇਂ ਦਿੱਤਾ ਗਿਆ ਉਹ ਆ ਫਤਿਹ-ਓ-ਨੁਸਰਤ ਨਸੀਬ। ਇਹ ਗੱਲ ਨੂੰ ਧਿਆਨ 'ਚ ਰੱਖਿਓ। ਕਸ਼ਮੀਰ ਦੀ ਜਿੱਤ ਕਾਰਨ ਅਫਗਾਨਾਂ ਦੀ ਸ਼ਕਤੀ 'ਤੇ ਇੱਕ ਵਾਰੀ ਹੋਰ ਕਰਾਰੀ ਸੱਟ ਲੱਗੀ। ਹੁਣ ਆਪਾਂ ਬਸ 2-4 ਗੱਲਾਂ ਹੋਰ ਨੇ ਇਹਦੇ ਵਿੱਚ। 1820 ਅਤੇ 21 ਆ ਜਿਹੜੀਆਂ ਡੇਰਾ ਜਾਤ ਦੀ ਜਿੱਤ ਹੈ। ਇਹ ਇਲਾਕੇ ਸੀ ਹੋਰ ਨਾਲ ਯਾਦ ਰੱਖ ਲਓ, ਡੇਰਾ ਗਾਜੀ ਖਾਂ, ਮਾਨਕੇਰਾ, ਡੇਰਾ ਇਸਮਾਇਲ ਖਾਂ, ਕੋਹਾਟ ਅਤੇ ਬੰਨੂ, ਇੱਕ ਬੰਨੂ ਸੀ ਇਲਾਕਾ। ਹਾਂ,
ਠੀਕ ਹੈ ਜੀ। ਹੁਣ ਆ ਗਿਆ ਮਤਲਬ ਜਿਹੜੀ ਆਪਣੀ ਪਹਿਲੇ ਸਮੇਂ ਦੇ ਵਿੱਚ ਇਹ ਆ 1834 ਪਿਸ਼ਾਵਰ ਦੀ ਜਿੱਤ। 1834 ਦੇ ਵਿੱਚ ਪਿਸ਼ਾਵਰ 34 'ਚ, ਹਾਂਜੀ 1834 ਪਿਸ਼ਾਵਰ ਦੀ ਜਿੱਤ ਬਹੁਤ ਜ਼ਰੂਰੀ ਹੈ ਇਹਦੇ ਵਿੱਚ, ਕਿਉਂਕਿ ਜਿਵੇਂ ਪਹਿਲਾਂ ਦੀ ਗੱਲ ਕਰ ਚੁੱਕੇ ਆਪਾਂ, ਕਸ਼ਮੀਰ ਤੱਕ ਭੂਗੋਲਿਕ ਪੱਖ ਤੋਂ ਇਹ ਵੀ ਮਹੱਤਵਪੂਰਨ ਸੀਗਾ। ਅਤੇ ਕਿਉਂਕਿ ਜਿੰਨੇ ਵੀ ਹਮਲਾਵਰ ਆਉਂਦੇ ਸੀ ਉੱਤਰ ਪੱਛਮ ਦੀ ਸੀਮਾ ਤੋਂ, ਉਹ ਇਸੇ ਰਸਤੇ ਆਉਂਦੇ ਸੀ, ਅਤੇ ਪਿਸ਼ਾਵਰ ਦੀ ਜਿੱਤ ਤੋਂ ਬਿਨਾਂ ਪੰਜਾਬ ਦੇ ਵਿੱਚ ਜਿਹੜੀ ਸਥਾਈ ਤੌਰ 'ਤੇ ਸ਼ਾਂਤੀ ਕਾਇਮ ਨਹੀਂ ਸੀ ਕੀਤੀ ਜਾ ਸਕਦੀ। ਇਸ ਕਰਕੇ ਅਤੇ ਜ਼ਰੂਰੀ ਸੀਗਾ ਕਿ ਇਹਨੂੰ ਆਪਣੇ ਅਧੀਨ ਕਰਨਾ। ਅਤੇ 1823 ਵਿੱਚ ਮਹਾਰਾਜਾ ਸਿੰਘ ਨੇ ਇਸ ਮਹੱਤਵਪੂਰਨ ਪ੍ਰਾਂਤ 'ਤੇ ਜਿੱਤ ਪ੍ਰਾਪਤ ਕਰ ਲਈ ਸੀ। ਪਹਿਲਾਂ 1823 'ਚ ਇਹ ਵੀ ਯਾਦ ਰੱਖਿਓ। ਹੁਣ ਇਹ ਸਵਾਲ ਦੋ ਤਰੀਕਿਆਂ ਨਾਲ ਇੱਥੇ ਬਣ ਸਕਦਾ ਕਿ ਪਿਸ਼ਾਵਰ ਦੇ ਉੱਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀਗੀ। ਬੇਸ਼ੱਕ 1823 'ਚ ਪ੍ਰਾਪਤ ਕਰ ਲਈ ਸੀ, ਪਰ 1834 ਵਿੱਚ ਇਹਨੂੰ ਸਿੱਖ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਹੁਣ ਯਾਦ ਰੱਖਣਾ ਇਹ ਪਿਸ਼ਾਵਰ ਦੀ ਜਿੱਤ 1823 ਦਾ ਵੇਰਵਾ ਵੀ ਮਿਲਦਾ, ਪਰ ਹੁਣ ਜਿਹੜਾ ਸਿੱਖ ਰਾਜ ਦੇ ਵਿੱਚ ਸ਼ਾਮਲ ਕਰ ਲੈਣਾ ਉਹ 1834 ਦਾ ਸਮਾਂ। ਇਹ ਗੱਲ ਨੂੰ ਧਿਆਨ 'ਚ ਰੱਖਣਾ, ਇਹਨੂੰ ਨਹੀਂ ਭੁੱਲਣਾ, ਦਿਮਾਗ 'ਚ ਰੱਖਣਾ ਗਾ। ਅਤੇ ਹਾਂ, ਜਿਹੜਾ ਆਪਾਂ 13 ਨਵੰਬਰ 1780 ਤੋਂ ਲੈ ਕੇ 1834 ਤੱਕ ਗੱਲ ਕੀਤੀ ਆ, ਕਿਉਂਕਿ ਉਸ ਤੋਂ ਅੱਗੇ ਹੋਰ ਵੀ ਬਹੁਤ ਗੱਲਾਂ ਨੇ, ਪਰ ਜੇ ਇਸ ਤਰੀਕੇ ਨਾਲ ਇਹ ਢੰਗ ਚੰਗਾ ਲੱਗਿਆ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਜਿਹੜੀ ਇਹ ਜਾਣਕਾਰੀ ਇੰਨੀ ਕੁ ਅੱਜ ਆਪਾਂ ਸਾਂਝੀ ਕੀਤੀ ਆ, ਤਾਂ ਜ਼ਰੂਰ ਦੱਸਿਓ। ਹੌਸਲੇ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਫਿਰ ਆਪਾਂ ਜਿਵੇਂ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਜੀ, ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓ ਬਣਾਵਾਂਗੇ ਹੀ ਬਣਾਵਾਂਗੇ। ਬਾਕੀ ਹੋਰ ਜਿਹੜੀਆਂ ਤੁਸੀਂ ਨਿੱਕੀਆਂ ਨਿੱਕੀਆਂ ਵੀਡੀਓ ਆਪਾਂ ਯਤਨ ਕਰਾਂਗੇ ਕਿ ਟ੍ਰਿਕ ਦੇ ਨਾਲ ਤੁਹਾਨੂੰ ਕੁਝ ਯਾਦ ਕਰਾ ਸਕੀਏ, ਉਹ ਵੀ ਵੀਡੀਓ ਬਹੁਤ ਜਲਦ ਲੈ ਕੇ ਆਵਾਂਗੇ। ਅਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਪਰ ਇਹ ਜ਼ਰੂਰ ਦੱਸਿਓ ਕਿ ਟਾਈਮ ਲਾਈਨ ਵਾਲਾ ਜਿਹੜਾ ਤਰੀਕਾ ਕਿਵੇਂ ਲੱਗਿਆ, ਅਤੇ ਉਮੀਦ ਕਰਦੇ ਹਾਂ ਕਿ ਚੰਗਾ ਲੱਗਿਆ ਹੋਵੇਗਾ। ਇਮਤਿਹਾਨ ਦੇ ਪੱਖ ਤੋਂ ਕਾਫੀ ਲਾਹੇਵੰਦ ਸਾਬਤ ਹੋਵੇਗਾ। ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਅਤੇ ਅੱਗੇ ਵੀਡੀਓ ਨੂੰ ਸਾਂਝੀ ਜ਼ਰੂਰ ਕਰਨਾ। ਹੱਸਦੇ ਵਸਦੇ ਰਹੋ।